अस्सलाम वालेकुम नादरीन, आप देख रहे हैं 4040। मैं आपका मेजबान सरदार जवेद आशू डोगर। तो मैं इस वक्त मौजूद हूँ गंडा सिंह के नवाई इलाका गांव वल्लेवाला में। यहाँ पर एक दरबार है और दरबार का नाम है बाबा टाली पीर। ये बिल्कुल दरियाए सतलुज के किनारे पर मौजूद है और जीरो लाइन के बिल्कुल पास है। यहाँ पर मैंने आपको दिखाया कि यहाँ पर टाली को दुल्हन की तरह सजाया हुआ है। कहीं पर आपको चूड़ियां नजर आएंगी और कहीं पर आपको गांव और भैंसों के गले में डालने वाले टल और टलियां नजर आएंगी। कहीं पर रस्से आएंगे नजर और कहीं पर आपको हार नजर आएंगे। कहीं पर रुमाल, तरह तरह की खिलौने भी इसको सजा दिए गए हैं। कहीं पर चादरें। जो यहाँ के लोग हैं उनका मुख्तलिफ कहना है। किसी का कहना है कि जी यहाँ पर टल बांध देंगे हमें भैंस मिल जाएगी। किसी का कहना है कि यहाँ पर चूड़ियां बांधेंगे तो हमारी शादी हो जाएगी। तरह तरह की कियास राइयां की जाती हैं और दिखाने वालों ने भी इसको मुख्तलिफ रंगों से दिखाया है। मगर हकीकत क्या है, हकीकत में सारा माजरा क्या है, हम आज बात करेंगे। जो यहाँ के गद्दी नशीन है उनसे बात करते हैं, वो बताएंगे हकीकत में सारा माजरा है क्या। अस्सलाम वालेकुम जी वालेकुम सलाम। बाबा जी क्या हाल है? शुक्र अल्लाह दा। अच्छा की नाम है ਤੁਹਾਡਾ? मोहम्मद अकरम जी। अकरम भाई ਤੁਸੀਂ ਇਹ ਦੱਸੋ ਇਹ ਜਿਹੜਾ ਦਰਬਾਰ ਹੈ ਤੇ ਤੁਸੀਂ ਇੱਥੇ ਕਦੋਂ ਦੀ ਡਿਊਟੀ ਦੇ ਰਹੇ ਹੋ? सारू हो चले रे 22-23 साल। 22-23 ਸਾਲ ਚ ਖਿਦਮਤ ਕਰ ਰਹੇ ਹੋ ਬਾਬਾ जी ਜੀ। जी। ਅੱਛਾ ਤੁਸੀਂ ਕੁਝ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਟਲ ਬੰਨਣ ਨਾਲ ਇੱਥੇ ਇੰਜ ਹੁੰਦਾ ਵੇ, ਰੱਸਾ ਬੰਨਣ ਨਾਲ ਇੰਜ ਹੁੰਦਾ ਵੇ, ਹਾਰ ਪਾਉਣ ਨਾਲ ਇੰਜ ਹੁੰਦਾ। ਇਹਦੇ ਚ ਕੀ ਹਕੀਕਤ ਹੈ? ਇਹਦੇ ਚ ਹਕੀਕਤ ਤਾਂ ਇਹ ਹੈਗੀ ਏ ਕਿ ਜਿਹੜਾ ਇਹਦਾ ਸ਼ਿਰਕ ਜਿਹਨੂੰ ਕਿਹਾ ਜਾਂਦਾ ਹੈ ਹਾਂਜੀ ਉਹ ਹੋਰ ਏ। ਹੋਰ ਇਹ ਇੱਕ ਨਾ ਇਹ ਸਜਾਵਟ ਇਹ ਖਡਾਉਣੇ ਬੱਦੇ ਜਾਂਦੇ ਨੇ। ਖਡੋਨੇ ਬੱਦੇ ਇਹ ਜਾਂਦੇ। ਦੇਖੋ ਜੀ ਉੜਾ ਉਹ ਗੁੱਡੀ ਬੱਦੀ ਹੋਈ ਹਾਂਜੀ ਬਿਲਕੁਲ ਔਰ ਗੁੱਡੀ ਨੂੰ ਬਹੁਤ ਮੰਨ ਲਈਏ। ਬਿਲकुल ਜੀ। ਉਹ ਤਾਂ ਨਹੀਂ ਨਾ ਮਨ ਹੈ ਤੇ ਖਡਾਉਣਾ ਹੈ ਨਾ ਖਡੋਨਾ ਹੈ ਬੱਚਿਆਂ ਦਾ। ਬਿਲकुल ਜੀ। ਇਸੇ ਤਰ੍ਹਾਂ ਹੀ ਇਹਨੂੰ ਮਾਈ ਟਾਲੀ ਸੱਦਿਆ ਜਾਂਦਾ ਹੈ। ਇਹਦੇ ਨਾਲ ਵੀ ਜੋ ਬੱਧਾ ਜਾਂਦਾ ਹੈ ਖਡਾਉਣਾ ਕਰਕੇ ਬੱਧਾ ਜਾਂਦਾ ਹੈ। ਅੱਛਾ ਖਡੋਨਾ ਕਰਕੇ ਖਡਾਉਣਾ ਕਰਕੇ ਤੇ ਉਹ ਇਸ ਤੋਂ ਬੱਧਾ ਜਾਂਦਾ ਹੈ ਕਿ ਜਿਹਨੂੰ ਟਾਲੀ ਮਾਈ ਟਾਲੀ ਦਾ ਖਿਤਾਬ ਦਿੱਤਾ ਗਿਆ ਮੁਰਸ਼ਦ ਨੇ। ਅੱਛਾ ਅੱਛਾ ਜਿਹੜੇ ਬਾਬਾ ਜੀ ਸੀ ਉਹਨਾਂ ਨੂੰ ਕਿਹਾ ਕਿ ਮਾਈ ਟਾਲੀ ਜੀ ਆ। ਤੇ ਜਿਹੜਾ ਇਹਦੇ ਨਾਲ ਆਪਦੀ ਕੋਈ ਚੀਜ਼ ਲਿਆ ਕੇ ਬੰਨੇਗਾ ਉਹਨੂੰ ਮਰਾਦ ਉਹਦੇ ਵਿੱਚ ਮਿਲੇ। ਜੀ ਇਸ ਤਰ੍ਹਾਂ ਵੀ ਨਹੀਂ ਜਾਇਜ਼ ਯਾਦ ਇਹ ਵੀ ਤੁਸੀਂ ਇੱਥੇ ਮੰਨਤ ਮੰਨੋ ਹਾਂਜੀ ਅੱਲਾਹ ਪਾਕ ਤੁਹਾਡੀ ਪੂਰੀ ਕਰੇ ਫਿਰ ਤੁਸੀਂ ਲਿਆ ਕੇ ਬੰਨ ਸਕਦੇ ਜੀ। ਫਿਰ ਲਿਆ ਕੇ ਬੰਨ ਸਕਦੇ। ਉਸ ਤੋਂ ਪਹਿਲੋਂ ਪਹਿਲੇ ਨਹੀਂ, ਬਾਬਾ ਮੰਨਤ ਨਹੀਂ ਲੈਂਦਾ। ਜਦੋਂ ਮੰਨਤ ਪੂਰੀ ਹੋਣੀ ਉਦੋਂ ਹੀ ਬਣਨੀ। ਜੀ ਆ। ਜਿਹੜੇ ਕੁਝ ਲੋਕ ਕਹਿੰਦੇ ਨੇ ਕਿ ਟਲ ਬੰਨਣ ਨਾਲ ਮੱਝ ਮਿਲ ਜਾਂਦੀ ਏ ਜਾਂ ਇੱਥੇ ਚੂੜੀ ਬੰਨਣ ਨਾਲ ਨਹੀਂ ਜੀ ਉਹ ਇਸ ਤਰ੍ਹਾਂ ਨਹੀਂ ਹੈ। ਇਹ ਇਸ ਤਰ੍ਹਾਂ ਹੈ ਕਿ ਘਰ ਬੈਠਿਆਂ ਵੀ ਕਈ ਪਾਵਾਂ ਭੈਣਾਂ ਬੰਦੇ ਸੁੱਖ ਲੈਂਦੇ ਰਹੇ ਵੀ ਬਾਬਾ ਰਿਸ਼ਾਰ ਅਲੀ ਅੱਲਾਹ ਕੇ ਦੁਆ ਕਰ ਜੋ ਸਾਨੂੰ ਮੱਝ ਮਿਲ ਜਾਵੇ ਤੇਰੂ ਮਾਈ ਟਾਲੀ ਨੂੰ ਟਲ ਬਣ ਜਾਂਦੇ। ਅੱਛਾ ਅੱਛਾ। ਇਹ ਇਸ ਤਰੀਕੇ ਨਾਲ ਬਾਬਾ ਜੀ ਦਾ ਨਾਮ ਬਾਬਾ ਨਸਾਰ। ਨਿਸ਼ਾਨ ਅਲੀ ਅੱਛਾ ਤੇ ਉਹ ਮਸ਼ਹੂਰ ਟਾਲੀ ਪੀਰ ਟਾਲੀ ਪੀ ਜਿਹੜੀ ਆ ਟਾਲੀ ਇਹਦੀਆਂ ਕਰਾਮਾਤ ਨੇ, ਮੰਨਤਾਂ ਮੁਰਾਦਾਂ ਪੂਰੀਆਂ ਹੁੰਦੀਆਂ। ਮੈਨੂੰ ਪਤਾ ਚੱਲਿਆ ਲੋਕ ਦੂਰ ਦੂਰ ਤੋਂ ਲਾਹੌਰੋਂ ਵੀ ਆਉਂਦੇ ਨੇ, ਪਾਕਪਤਨ ਤੋਂ ਵੀ ਆਉਂਦੇ ਨੇ ਤੇ ਉਹ ਬੜੀ ਰੌਣਕ ਹੁੰਦੀ ਇੱਥੇ। ਤੇ ਉਹਦੇ ਚ ਕੀ ਹਕੀਕਤ ਹੈਗੀ ਏ? ਰੌਣਕ ਜੀ ਸੈयद ਦੀ ਕਰਾਮਤ ਜ਼ਾਹਰ ਹੋਈ ਹੈ ਮਾਸ਼ਾਅੱਲਾ। ਤੇ ਉਹ ਕਰਾਮਤ ਜ਼ਾਹਰ ਦੀ ਹੋਈ ਜਿਹੜੀ ਉਹਦੀ ਫਿਰ ਕਰਾਮਤ ਅਗੋ ਤੁਰੀ ਹੈ ਫੈਜ਼। ਇੱਥੇ ਫਿਰ ਤੁਸੀਂ ਦੁਆ ਮੰਗੋ ਇਨਸ਼ਾਅੱਲਾ ਤਾਲਾ। ਮੇਰਾ ਈਮਾਨ ਹੈ ਕਿ ਉਹ ਪੂਰੀ ਹੋਵੇਗੀ ਕਿਉਂਕਿ ਮੈਂ ਆਪ ਦਾ 50 ਜ਼ਰਬਾਂ ਦਾ ਨਿਸ਼ਾਨ ਤੁਹਾਡੇ ਸਾਹਮਣੇ ਖੜਾ। ਮੇਰੇ 5 ਪ੍ਰੈਸ਼ਰ ਹੋਏ ਨੇ ਪੇਟ ਦੇ। ਆ ਸੱਜੀ ਲੱਤ ਮੇਰੀ ਸੁੱਕ ਗਈ ਸੀ। ਮੈਂ ਵੀ ਪਹਿਲੋਂ ਬਿਲਕੁਲ ਛੋਰਾ ਤਰ੍ਹਾਂ ਕਬੱਡੀ ਖੇਡਦਾ ਘੁਲਦਾ ਪੂਰੀ ਜਾਨ ਅੱਲਾਹ ਪਾਕ ਦਿੱਤੀ। ਇੱਕ ਐਕਸੀਡੈਂਟ ਹੋਇਆ। ਐਕਸੀਡੈਂਟ ਦੇ ਵਿੱਚ ਫਿਰ ਜਿਹੜਾ ਮੇਰਾ ਇਹ ਕੰਮ ਖਰਾਬ ਹੋਇਆ। ਇਹ ਲੱਤ ਮੇਰੀ ਸੱਜੀ ਸੁੱਕੀ ਸੀ ਤੇ ਮੈਂ ਕਿਸੇ ਦਾ ਕੀ ਕਹਿਣਾ, ਮੈਂ ਖੁਦ ਕਹਿਣਾ ਇਹ ਗੱਲ ਕਿ ਮੈਨੂੰ ਇੱਥੋਂ ਸ਼ਿਫਾ ਹੋਈ ਹੈ ਤੇ ਹੋਈ ਹੈ ਝਾੜੂ ਚੋਂ। ਮਾਸ਼ਾਅੱਲਾ। ਅੱਛਾ ਬਾਬਾ ਜੀ ਤੁਸੀਂ ਦੱਸੋ ਇੰਡੀਆ ਦੇ ਬਿਲਕੁਲ ਕਰੀਬ ਹੈ ਜੀ। ਇੰਡੀਆ ਦੇ ਲੋਕ ਵੀ ਇੱਥੇ ਆਉਂਦੇ ਨੇ? ਨਹੀਂ ਆਉਂਦੇ। ਪਾਕਿਸਤਾਨ ਬਣਨ ਤੋਂ ਪਹਿਲੋਂ ਆਉਂਦੇ ਸੀ। ਪਹਿਲੋਂ ਆਉਂਦੇ ਕਿੱਥੋਂ ਕਿੱਥੋਂ ਆਉਂਦੇ? ਸਗੀਰ ਬਰੇ ਇਕੱਠਾ ਨਾ। ਹਾਂਜੀ। ਕਿਸੇ ਲਈ ਵੰਡ ਹੋ ਗਈ ਤਾਂ ਫਿਰ ਵੰਡ ਹੋ ਗਈ। ਵੰਡ ਹੋ ਗਈ ਤੇ ਪਹਿਲੋਂ ਕਿੱਥੋਂ ਕਿੱਥੋਂ ਲੋਕ ਇੱਥੇ ਆਉਂਦੇ ਸੀ? ਪਹਿਲੋਂ ਤਾਂ ਜੀ ਸਾਡੇ ਜਮਲ ਤੋਂ ਵੀ ਪਹਿਲੋਂ ਦਾ ਇਹ ਦਰਬਾਰ ਵੱਡੇ ਗੱਲਾਂ ਸੁਣਾਉਂਦੇ। ਜੀ ਜੀ ਵੱਡਿਆਂ ਦਾ ਇਹੀ ਸੁਣਾਉਣਾ ਗੱਲਾਂ ਵੀ ਜਿਹੜਾ ਹੈ ਨਾ ਜਦੋਂ ਵੰਡ ਹੋਈ ਉਦੋਂ ਬਾਅਦ ਨਹੀਂ ਤੇ ਉਸ ਤੋਂ ਪਹਿਲੇ ਤਾਂ ਬੜੇ ਬੜੇ ਸ਼ਹਿਰਾਂ ਤੋਂ ਵੀ ਜ਼ਿਲ੍ਹਿਆਂ ਚੋਂ ਆਉਂਦੀ ਸੀ ਦੁਨੀਆ। ਜ਼ਿਲ੍ਹਿਆਂ ਚੋਂ ਆਉਂਦੀ ਸੀ ਤੇ ਹੁਣ 11ਵੀਂ ਨੂੰ ਇੱਥੇ ਮੇਲੇ ਤਰ੍ਹਾਂ ਮੇਲਾ ਹੁੰਦਾ ਵੇ ਤੇ ਉਹ ਜਿਹੜਾ ਉਹਨਾਂ ਦੇ ਖਾਣ ਪੀਣ ਦਾ ਮੇਰੇ ਸੁਣਨ ਚਾਹੀਏ ਇੱਥੇ ਲੰਗਰ ਦਾ ਵਸੀਹ ਇੰਤਜ਼ਾਮਾਤ ਹੁੰਦੇ ਨੇ ਤੇ ਉਹਨਾਂ ਦੇ ਖਾਣ ਪੀਣ ਦਾ ਇੰਨੇ ਲੋਕ ਹੁੰਦੇ ਨੇ ਤੇ ਉਹ ਕਿਵੇਂ ਮੈਨੇਜ ਕਰਦੇ ਹੋ? ਉਹ ਜੀ ਅੱਲਾਹ ਪਾਕ ਹੀ ਕਰਦਾ ਹੈ। ਅੱਲਾਹ ਪਾਕ ਹੀ ਕਰਦਾ। ਬਾਕੀ ਇਹ ਕਿ ਇਨਸਾਨ ਦੀ ਨੀਅਤ ਹੋਣੀ ਚਾਹੀਦੀ ਹੈ ਕਿ ਮੈਂ ਇਹ ਸਦਕਾ ਜਾਰੀਆ ਹੈ ਇਹਦੇ ਵਿੱਚ ਭਰ ਚੜ ਕੇ ਹਿੱਸਾ ਪਾਈਏ ਤੇ ਉਹ ਬਿਹਤਰ ਰਹਿੰਦਾ ਹੈ। ਇਹ ਗੌਸ ਪਾਕ ਪੀਰਾਂ ਦੇ ਪੀਰ ਦਸਤਗੀਰ ਦੇ ਨਾਮ ਦੀ 11ਵੀਂ ਹੁੰਦੀ ਹੈ ਤੇ 11ਵੀਂ ਸ਼ਰੀਫ ਤੇ ਜਿਹੜਾ ਕੁਝ ਵੀ ਆ ਜਾ ਰਿਹਾ ਅਸੀਂ ਕਦੀ ਰੱਖਿਆ ਨਹੀਂ।
ਬਲਕਿ ਅਸੀਂ ਆਪਣੇ ਪੱਲੋਂ ਵੀ ਜਿਹੜੀ ਦਰਬਾਰ ਦੀ ਕੋਈ ਆਮਦ ਹੁੰਦੀ ਏ ਉਹਦਾ ਅਸੀਂ ਲਿਆ ਕੇ ਲੰਗਰ ਪਾਣੀ ਪਕਾ ਕੇ ਤੇ ਅਸੀਂ ਤਕਸੀਮ ਕਰਨੇ ਆਪ ਖੁਦ। ਜੋ ਕੋ ਉੱਤੋਂ ਮਲਤਾ ਮਰਾਦਾਂ ਆਦੀਆਂ ਨੇ ਤੇ ਉਹ ਵੀ ਵਿੱਚੇ ਹੀ ਪੱਕ ਜਾਂਦਾ ਹੈ। ਨਹੀਂ, ਕੁਝ ਲੋਕਾਂ ਦਾ ਕਹਿਣਾ ਹੈਗਾ ਕਿ ਇਹਦੇ ਨਾਲ ਟੱਲ ਬੰਨਣਾ, ਕੱਪੜੇ ਬੰਨਣਾ, ਇਹਨੂੰ ਸਜਾਵਣਾ ਇਹ ਸ਼ਿਰਕ ਚ ਆ ਜਾਂਦਾ ਵੇ। ਤੇ ਅਗਰ ਦਰਬਾਰਾਂ ਤੇ ਜਾਣਾ ਚਾਹੀਦਾ ਤੇ ਦੁਆਏ ਖੈਰ ਕਰਨੀ ਚਾਹੀਦੀ, ਲੇਕਿਨ ਇੰਜ ਦੀਆਂ ਰਸਮੋਂ ਰਿਵਾਜ ਸਾਡੇ ਨਾ ਕੁਰਾਨ ਚ ਸਾਬਤ ਨੇ, ਨਾ ਹਦੀਸ ਚ ਸਾਬਤ ਨੇ, ਤੇ ਜੀ ਨਾ ਹੀ ਵਲੀ ਅੱਲਾ ਨੇ ਕਿਹਾ ਹੈ ਕਿ ਬਾਤ ਇਹ ਆ ਜੀ, ਇਹ ਜਿਹੜਾ ਹੈ ਨਾ ਇਹ ਸ਼ਿਰਕ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਜਿਹਨੂੰ ਅੱਗੇ ਰੱਖ ਕੇ ਪੂਜਿਆ ਜਾਏ। ਪੂਜਿਆ ਜਾਏ। ਠੀਕ ਹੈ, ਇਹ ਤੇ ਸਿਰਫ ਕਰਾਮਤ ਹੈ ਸੈयद ਦੀ। सैयद भी बुखारी माशाल्लाह, नावे इमाम की औलाद ने माशाल्लाह। सैयद मुराद शाह बुखारी, सैयद रंग अली शाह बुखारी, सैयद तुफैल हुसैन शाह बुखारी वो पर्दा फरमा गए। उन्होंने दे बेटे ने सैयद गुलाम कादर शाह बुखारी माशाल्लाह। ये उन्होंने करामत, उन्होंने नाने दादे की करामत है। इतने शिरक वाली जी गल है जो उस गल लईए ते और इतने वडेले बंदा नाले नमाज पढ़दा बाहर निकलते झूठ मारदा। अच्छा बाबा जी किथे जायज है? ਉਹ ਕਿੱਥੇ ਜਾਇਜ਼? ਤੁਸੀਂ ਇਹ ਦੱਸੋ ਕਿ ਜਿੰਜ ਬਾਕੀ ਦਰਬਾਰਾਂ ਤੇ ਧਾਗੇ ਤਵੀਤ ਤੇ ਇੱਥੇ ਆਇਆ ਕਿ ਇੰਜ ਦਾ ਕੋਈ ਸੀਨ ਨਹੀਂ, ਨਾ ਕੋਈ ਤਵੀਤ, ਨਾ ਕੋਈ ਧਾਗਾ, ਨਾ ਕੋਈ, ਤੇ ਇਹ ਕਿਉਂ ਨਹੀਂ? ਕੀ ਹਿਸਾਬ ਕਿਤਾਬ ਹੈ? ਇਹ ਵਜ੍ਹਾ ਇਹ ਕਿ ਮੁਰਸ਼ਦ ਸਾਈਂ ਨੇ ਸੈयद ਬਾਦਸ਼ਾਹ ਆਲੇ ਨਬੀ ਔਲਾਦ ਅਲੀ ਇਹ ਉਹ ਦੇ ਦੇਰ ਭਾਵੇਂ ਕਿਸੇ ਨੂੰ ਰੱਖ ਧਾਗਾ ਦੇਣ ਜਾਂ ਨਾ ਦੇਣ, ਨਾ ਦੇਣ, ਸਾਰੂਰੀ ਅਮਰਨਾਥ ਬਾਬੇ ਨਿਸ਼ਾਨ ਅਲੀ ਨੇ ਦਿੱਤਾ, ਉਹਨਾਂ ਵੀ ਨਹੀਂ ਦਿੱਤਾ ਕਿਸੇ ਨੂੰ। ਸਿਰਫ ਇਹ ਗੱਲ ਆਖੀਏ ਕਿ ਜਾ ਟਾਹਲੀ ਪੀਰ ਤੇ ਅਰਜ਼ੀ ਕਰ ਲੈ, ਪੂਰੀ ਹੋਵੇ ਤੇ ਆਜੀ, ਨਾ ਹੋਵੇ ਤੇ ਨਾ ਆਵੀਂ। ਅੱਜ ਵੀ ਸਾਡੀ ਇਹੀ ਦੁਆ ਹੈ, ਟਾਹਲੀ ਪੀਰ ਤੇ ਅਰਜ਼ੀ करो, पूरी अल्लाह करे ते आजो, ना करे ते असीं तुहाडों मंगल नहीं जाना, तुसीं साडे कोल नहीं आना। माशाल्लाह जी। नादरीन, आपने देखा बाबा जी का कहना है कि ये बाबा जी की करामत है और जो हकीकत में माजरा है वो लोगों की कीदतमंदों का एहतराम है। तो यहाँ पर अगर देखा जाए बिल्कुल जीरो लाइन पास है और दरियाए सतलुज के किनारे पर ये दरबार शरीफ है बाबा जी मुराद अली शाह का। यहाँ पर हजारों की तादाद में लोग आते हैं और अपनी अपनी मनतें मुरादें पूरी उनकी होती हैं। तो निगाह औलिया में वो तस्वीर देखी, यहाँ बदलती हजारों की तकदीर देखी। मैंने आपको बाबा टाली पीर सरकार का मज़ार शरीफ दिखाया और यहाँ पर जो टाली को दुल्हन की तरह सजाया वो भी दिखाई और बाबा जी से भी बात करने की कोशिश की। और इस वक्त मैं दरबार के हाता शरीफ में हूँ। यहाँ पर मेरे अकब में देख सकते हैं कि बड़े बड़े मटके पड़े हुए हैं, हर मटके में पानी भरा हुआ है। जो मुनफरद चीज़ है, जो सबसे जुदा चीज़ है वो ये है कि ये पानी को भर दिया जाता है। मटका बिल्कुल अपनी असली हालत में होता है, किसी किस्म का उसको कोई सुराख नहीं। मगर जो देखने वाली बात है वो ये है कि पानी खुद ब खुद यहाँ से मटके में कम होना शुरू हो जाता है, उसके बाद दोबारा भरा जाता है, फिर कम हो जाता है। ये सिलसिला चलता रहता है। इस हवाले से बाबा जी से बात की। बाबा जी का कहना है कि ये बाबा जी की करामात हैं और ये मटके आज से नहीं बल्कि आज से बहुत साल पहले पड़े हुए हैं। तो इसमें जो ये मटके हैं ये सुच्चे हैं, पाक हैं, साफ़ हैं। इसमें अगर किसी मटके में आप थोड़ा सा पानी को जूठा कर दें तो वो मटके का पानी कभी कम नहीं होगा, पूरे का पूरा पानी रहेगा। 3 दिन वेट कर लें, 4 दिन वेट कर लें, पानी में कमी नहीं आएगी। मगर जो पानी साफ़ है, पाक है, किसी ने जूठा नहीं किया, किसी ने इस्तेमाल नहीं किया, वो पानी कम हो जाएगा। तो ये अपनी बाबा जी का कहना है कि ये अपनी यानी कि जो मटके असली हालत में हैं और बहुत साल पहले के पड़े हुए हैं। जब इनके ऊपर जो इनको ढांपा गया है उसको उठाया जाता है तो उसके बाद देखा जाता है तो पानी कम हो जाता है, तो दोबारा पानी भरा जाता है और पानी साफ़ है। मगर किसी को भी ये पानी पीने की भी इजाज़त नहीं है। ये पानी बिल्कुल साफ़ और असली हालत में पड़ा हुआ है। तो ये 2 चीज़ें थी जो दरबार शरीफ पर देखी। एक तो वो टाली वाली जो आपको दिखाई, वहाँ पर लोगों ने चूड़ियाँ, हार, टाल और मुख्तलिफ़ चीज़ें अपने अपने यानी कि अंदाज में बांधी और अपनी अपनी मनतें लेकर आए। जो दूसरी चीज़ मैंने आपको दिखाई वो मटके हैं जो मेरे अकब में आपको नज़र आ रहे हैं। ये मटके भी यहाँ पर रखे हुए हैं। ये मटकों पर पानी डाला जाता है और पानी खुद ब खुद कम हो जाता है। तो इसी के साथ अपने मेज़बान सरदार जवेदा शडोगर को दीजिए इजाज़त। अल्लाह निगहबान।